ਉੱਚੇ ਬੁਰਜ ਲਾਹੌਰ ਤੇ ਜਿਹਦੇ ਚੱਲਦੇ ਚਾਰ ਮਸਾਲ, ਇੱਕ ਪਾਸੇ ਦਾ ਦਾਤਾ ਮਾਲਕ, ਇੱਕ ਪਾਸੇ ਦਾ ਮਾਧੂ ਲਾਲ, ਇੱਥੇ ਹੀ ਮੀਆਂ ਮੀਰ ਦੀ ਬਸਤੀ, ਇੱਥੇ ਹੀ ਸ਼ਾਹ ਜਮਾਲ। ਉੱਚੇ ਬੁਰਜ ਲਾਹੌਰ ਤੇ ਜਿਹਦੇ ਚੱਲਦੇ ਚਾਰ ਮਸਾਲ। ਪੀਸੀ ਰਿਕਾਰਡਰ ਜਿਹਨੂੰ ਪੰਜਾਬ ਕਲਚਰ TV ਕਹਿੰਦੇ ਆ, ਰੋਮੀਓ ਜਾਲਮ ਅੱਜ ਟਾਊਨਸ਼ਿਪ ਦੇ ਵਿੱਚ ਆਇਆ ਸੀ ਬਜਟ ਲੈ ਕੇ ਕਿ ਆਵਾਮ ਦੀ ਨਜ਼ਰ 'ਚ ਇਹ ਬਜਟ ਮਨਜ਼ੂਰ ਹੈ ਜਾਂ ਨਾ ਮਨਜ਼ੂਰ ਹੈ। ਇਹਦਾ ਇੱਕ ਸਰਵੇ ਕਰਨ ਆਇਆ ਸੀ ਤੇ ਅੱਜ ਅਸੀਂ ਆਵਾਮ ਨੂੰ ਪੁੱਛੀਏ ਤਾਂ ਸਹੀ ਉਹ ਬਜਟ ਦੇ ਬਾਰੇ 'ਚ ਕੀ ਕਹਿੰਦੇ ਨੇ। ਲੋ ਜੀ ਤੁਹਾਨੂੰ ਭਟੂਰੇ ਦਾ ਵੀ ਅਸੀਂ ਵਿਖਾ ਦਈਏ। ਸ਼ਹਿਨਸ਼ਾਹ ਭਟੂਰੇ ਵਾਲਾ ਹੈਗਾ ਇੱਥੇ ਟਾਊਨਸ਼ਿਪ ਦੇ ਵਿੱਚ। ਇਹਨਾਂ ਦੇ ਬੜੇ ਜ਼ਬਰਦਸਤ ਭਟੂਰੇ ਹੁੰਦੇ ਨੇ। ਤੇ ਕਿੰਨਾ ਕੁ ਹੋ ਗਿਆ? 2 ਸਾਲ ਹੋਏ ਨੇ। ਹਾਂਜੀ 2 ਸਾਲ। ਕੀ ਨਾਂ ਤੁਹਾਡਾ? ਸ਼ਹਿਨਸ਼ਾਹ ਭਟੂਰੇ। ਸ਼ਹਿਨਸ਼ਾਹ ਭਟੂਰੇ ਵਾਲਾ ਤੁਸੀਂ ਆਪਣੇ ਨਾਂ ਦੇ ਮਤਲਬ ਦੁਕਾਨ ਖੋਲੀ ਹੈ? ਹਾਂਜੀ। ਲੋ ਜੀ ਤੁਸੀਂ ਖੁਦ ਹੀ ਬਣਾਉਂਦੇ ਹੋ? ਜੀ ਆਪ ਹੀ ਖੁਦ ਬਣਾਈਦੇ ਨੇ ਤੇ ਬੜੀ ਦੂਰੋਂ ਲੋਕੀ ਆ ਕੇ ਖਾਂਦੇ ਨੇ। ਜਿਹੜੇ ਇੱਥੇ ਆ ਕੇ ਸ਼ੋਪਿੰਗ ਕਰਦਾ ਭਟੂਰੇ ਤੁਹਾਡੇ ਖਾ ਕੇ ਜਾਂਦੇ। ਲੋ ਜੀ ਤੁਹਾਡੇ ਭਟੂਰੇ ਇੱਥੇ ਸ਼ਹਿਨਸ਼ਾਹ ਦੇ ਖਾ ਕੇ ਜਾਂਦੇ ਨੇ, ਬੜੇ ਜ਼ਬਰਦਸਤ ਹੁੰਦੇ ਨੇ ਤੇ ਨਾ ਖਾਣ ਤਾਂ ਫਿਰ ਉਹਦੀ ਸ਼ੋਪਿੰਗ ਪੂਰੀ ਨਹੀਂ ਹੁੰਦੀ। ਹਾਂਜੀ ਹੈ ਨਾ ਜੀ, ਇੱਕ ਵਾਰੀ ਖਾਣਾ ਦੁਬਾਰਾ ਫਿਰ ਹੈ। ਲੋ ਜੀ ਇਹਨਾਂ ਦੀ ਜਿਹੜੇ ਭਟੂਰੇ ਬੜੇ ਮਸ਼ਹੂਰ ਹੈ। ਜਦੋਂ ਵੀ ਟਾਊਨਸ਼ਿਪ ਆਓ ਮੇਨ ਤੇ ਦੁਕਾਨ ਜੇ ਇਹਨਾਂ ਦੀ। ਹਾਂਜੀ ਹੈ ਨਾ। ਸ਼ੁਰੂ ਕਰ ਸ਼ਹਿਨਸ਼ਾਹ ਦੇ ਭਟੂਰੇ ਉਹ ਕਮਾਲ ਕਰਦੇ ਨੇ। ਤੁਸੀਂ ਵੀ ਆਓ ਤੇ ਸ਼ਹਿਨਸ਼ਾਹ ਦੇ ਭਟੂਰੇ ਖਾ ਕੇ ਜਾਓ। ਜੁੱਤਾ ਪਿੰਕ। ਲੋ ਜੀ ਅਸੀਂ ਨਾਗਰੀ ਜੁੱਤੀਆਂ ਦੀ ਦੁਕਾਨ ਟਾਊਨਸ਼ਿਪ ਆਏ ਹਾਂ ਇਹ ਭਾਈਆਂ ਕੋਲ। ਹੁਣ ਇਹਨਾਂ ਨੂੰ ਪੁੱਛਦੇ ਆ ਸਸਤੀਆਂ ਵੇਚਦੇ ਜਾਂ ਮਹਿੰਗੀਆਂ ਵੇਚਦੇ। ਪਹਿਲੇ ਤਾਂ ਇਹਨਾਂ ਨੂੰ ਪੁੱਛਾਂਗੇ ਕੀ ਨਾਮ ਤੁਹਾਡਾ? ਜੀ ਮੇਰਾ ਨਾਮ ਮੁਹੰਮਦ ਸ਼ਹਜ਼ਾਦ ਹੈ। ਸ਼ਹਜ਼ਾਦ ਸਾਹਿਬ ਇਹ ਦੱਸੋ ਜਿਹੜਾ ਬਜਟ ਆਇਆ ਹੈ ਜੀ ਸਰ ਤੁਸੀਂ ਕੀ ਸਮਝਦੇ? ਤੁਹਾਨੂੰ ਕੁਝ ਮਿਲਿਆ? बजट अब है वो नहीं रहा काम हो रहा है सर। नहीं ਤੁਹਾਨੂੰ ਕੁਝ ਮਿਲਿਆ? ਕੋਈ ਚੀਜ਼ ਸਸਤੀ ਹੋਈ ਹੈ? चीज सस्ती जुत्ती सस्ती हुई है? नहीं सर महंगी हुई है। महंगी हो गई? हाँ, महंगी। चमड़ा महंगा हो गया? चमड़ा महंगा हो अच्छा अच्छा। ਲੋਰੋ ਹੀ ਖਰੀਦੋ ਕਰ ਇੱਥੇ ਸਟੇਸ਼ਨ ਦੇ ਕੋਲੋਂ? मोती बाजार। ਮੋਤੀ ਬਾਜ਼ਾਰ। ਤੇ ਤੁਸੀਂ ਪਹਿਲੇ ਜੁੱਤੀ ਜਿਹੜਾ ਲਿਆਂਦੇ ਸੀ हाँ जी ਬਜਟ ਤੋਂ ਪਹਿਲੇ बजट तो पहले ਉਹ ਸਸਤੀ ਲਿਆਂਦੇ ਸੀ, वो तो सस्ती मिलती थी, ਹੁਣ ਮਹਿੰਗੀ ਕਰਤੀ। ਹੁਣ महंगी करती है। ਕਿੰਨਾ ਕੁ ਮਹਿੰਗਾ ਕੀਤਾ? ਜਿੱਥੇ 1000 ਦੀ ਜੁੱਤੀ ਲਿਆਈ ਦੀ ਸੀ ਨਾ ਹੁਣ ਉੱਥੇ 1500 ਦੀ ਲੈ ਕੇ ਆਏ। ਲੋ ਜੀ ਆਵਾਮ ਜਿਹੜੀ ਸਸਤੀ ਜੁੱਤੀ ਪਾਉਂਦੀ ਸੀ ਹੁਣ ਉਹ ਵੀ ਗਈ। ਹਾਂਜੀ ਹੁਣ ਆਵਾਮ ਮਹਿੰਗੀ ਜੁੱਤੀ ਪਾਈ। ਹੁਣ ਆਵਾਮ ਨੂੰ ਦੱਸੀਦਾ ਨਾ 1500 ਦੀ ਜੁੱਤੀ ਦਾ ਕਿ 2000 ਰੁਪਏ। ਉਹ ਕਹਿੰਦੀ ਨਹੀਂ 1500 ਲਾ ਦੇ। ਬਜਟ ਹੈ ਨਹੀਂ ਇਹਦੇ ਵਿੱਚ। ਬਜਟ ਦੇ ਵਿੱਚ ਉਹਨਾਂ ਨੇ ਆਵਾਮ ਦਾ ਬੇੜਾ ਗਰਕ ਕਰਤਾ। ਤੁਸੀਂ ਇਹੀ ਕਹਿਣਾ ਚਾਹੁੰਦੇ ਹੋ? ਬਿਲਕੁਲ ਕਿ ਚੀਜ਼ ਕੋਈ ਸਸਤੀ ਨਹੀਂ ਹੋਈ। ਕੋਈ ਸਸਤੀ ਜੁੱਤੀ ਦਾ ਕੀ ਹੈ ਤੁਹਾਡੀ ਖਾਣ ਪੀਣ ਦੀ ਵੀ ਕੋਈ ਚੀਜ਼ ਸਸਤੀ ਹੋਈ? ਸ਼ਾਪਰ ਲੈਣ ਚਲੇ ਹੋ 500 ਰੁਪਏ ਕਿਲੋ ਨੇ। 500 ਰੁਪਇਆ। ਤੇ ਅਗਰ ਕੋਈ ਪਲੇਟ ਚਨਿਆਂ ਦੀ ਲੈਣ ਚਲੇ ਜਾਓ ਹਾਂਜੀ ਤੇ ਉਹ ਵੀ 100 ਰੁਪਏ। ਉਹ ਵੀ 100 ਰੁਪਇਆ। ਖਾਣ ਪੀਣ ਵੀ ਕੋਈ ਸਸਤਾ ਨਹੀਂ। ਗੋਸ਼ਤ ਸਬਜ਼ੀ ਦਾਲਾਂ ਕੋਈ ਚੱਕਰ। ਲੋ ਜੀ ਮੇਰਾ ਭਰਾ ਕਹਿੰਦਾ ਪਿਆ ਕੋਈ ਚੀਜ਼ ਸਸਤੀ ਨਹੀਂ ਹੋਈ। ਤੇ ਸਭ ਤੋਂ ਬ੍ਰਾਂਡ ਦਾ ਮਾਲ ਰੱਖਿਆ ਸਾਰਾ ਲੋਕਲ, ਕੋਈ ਫਰਲੂ ਜੁੱਤੀ ਨਹੀਂ ਰੱਖੀ ਆਪਾਂ। ਅੱਛਾ ਅੱਛਾ ਜੈਨੂਇਨ ਚੀਜ਼ ਰੱਖੀ ਹੈ। ਜੈਨੂਇਨ ਚੀਜ਼ ਤੁਹਾਡੀ। ਤੇ ਜਰਾ ਰੇਟ ਵੱਧ ਗਿਆ? ਰੇਟ ਵੱਧ ਗਿਆ ਜੀ। ਲੋ ਮੇਰੇ ਨਾਜ਼ਰੀਨ ਇਹਨਾਂ ਨੇ ਕਿਹਾ ਰੇਟ ਵੱਧ ਗਿਆ। ਜੁੱਤੀ ਵੀ ਮਹਿੰਗੀ ਹੋ ਗਈ ਹੈ। ਕੋਈ ਚੀਜ਼ ਬਜਟ 'ਚ ਸਸਤੀ ਨਹੀਂ ਹੋਈ। ਲੋ ਜੀ ਤੁਹਾਡੀ ਜਿਹੜੀ ਗੱਲ ਅਸੀਂ ਪਹੁੰਚਾਤੀ। ਲੋ ਜੀ ਟਾਊਨਸ਼ਿਪ ਫਿਰਨੇ ਪਏ ਆ। ਇੱਕ ਸਰਵੇ ਕਰਨੇ ਪਏ ਪੰਜਾਬ ਕਲਚਰ TV ਵੱਲੋਂ ਕਿ ਜਿਹੜਾ ਬਜਟ ਆਇਆ ਆਵਾਮ ਨੂੰ ਉਹਨੂੰ ਕੁਝ ਲੱਭਾ ਵੀ ਹੈ। ਕੀ ਨਾਂ ਤੁਹਾਡਾ? ਮੁਹੰਮਦ ਨਜ਼ੀਰ। ਨਜ਼ੀਰ ਸਾਹਿਬ ਜਿਹੜਾ ਬਜਟ ਆਇਆ ਤੁਹਾਨੂੰ ਕੁਝ ਲੱਭਾ? ਕੁਝ ਚੀਜ਼ ਸਸਤੀ ਹੋਈ? ਯਕੀਨਨ ਕੋਈ ਚੀਜ਼ ਨਹੀਂ ਸਸਤੀ ਹੋਈ ਜਨਾਬ। ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ ਨੇ, ਸਾਡੀ ਪਹੁੰਚ ਤੋਂ ਦੂਰ ਹੋ ਗਈਆਂ ਨੇ ਚੀਜ਼ਾਂ। ਬਿਲਕੁਲ ਵੀ ਰਿਲੀਫ ਨਹੀਂ ਮਿਲਿਆ। ਮਜ਼ਦੂਰ ਆਦਮੀ ਜਿਹੜਾ ਉਹ ਪਰੇਸ਼ਾਨ ਹੈਗਾ। ਇਸ ਬਜਟ ਤੋਂ ਬਹੁਤ ਹੀ ਜ਼ਿਆਦਾ ਜੀਣਾ ਹਰਾਮ ਕਰ ਦਿੱਤਾ ਹੈ। ਤੁਹਾਡੀ ਕਾਹਦੀ ਦੁਕਾਨ ਹੈ? ਖਿਡੌਣਿਆਂ ਦੀ? ਜੀ हाँ खिलौनों की दुकान है, रोजगार नहीं है। ਇਹ ਖਿਡੌਣੇ ਪਹਿਲੇ ਸਸਤੇ ਸੀ ਹੁਣ ਕੁਝ ਮਹਿੰਗੇ ਹੋ ਗਏ ਨੇ? ਯਕੀਨਨ ਹੈ ਸਾਡੀ ਪਹੁੰਚ ਤੋਂ ਦੂਰ ਹੋ ਗਏ ਨੇ। ਗਾਹਕ ਜਿਹੜਾ ਆਂਦਾ ਹੈ ਉਹ ਦੇਖ ਕੇ ਚਲਾ ਜਾਂਦਾ ਹੈ। ਉਹਦੀ ਪਹੁੰਚ ਤੋਂ ਵੀ ਦੂਰ ਹੋ ਗਏ ਨੇ। ਸਾਡੀ ਪਹੁੰਚ ਤੋਂ ਆਪਣੀ ਜਗ੍ਹਾ ਰਹੇ। ਅੱਛਾ ਅੱਛਾ। ਦੇਖਦਾ ਹੈ ਚੀਜ਼ ਦਾ ਰੇਟ ਹੀ ਬਹੁਤ ਉੱਤੇ ਚਲਾ ਗਿਆ ਹੈ। ਅੱਛਾ ਅੱਛਾ। ਇਸ ਵਜ੍ਹਾ ਨਾਲ ਨਾਜ਼ਰੀਨ ਗਾਹਕ ਵੀ ਦੇਖ ਕੇ ਚਲਾ ਜਾਂਦਾ, ਹੱਥ ਵੀ ਨਹੀਂ ਲਾਉਂਦਾ ਹੈ। ਉਸ ਦੀ ਵਜ੍ਹਾ ਨਾਲ ਸਾਨੂੰ ਪ੍ਰੋਬਲਮ ਹੋ ਰਹੀ ਹੈ। ਗਾਹਕ ਵੀ ਨਹੀਂ ਆ ਰਿਹਾ ਤੇ ਬਜਟ ਦੇ ਬਾਰੇ ਯਕੀਨਨ ਹੋਰ ਜ਼ਿਆਦਾ ਬੋਝ ਪੈ ਗਿਆ ਸਾਡੇ ਉੱਤੇ। ਅੱਛਾ ਅੱਛਾ। ਇਹਦਾ ਮਤਲਬ ਹੈ ਤੁਸੀਂ ਬਜਟ ਨੂੰ ਨਾ ਮਨਜ਼ੂਰ ਕਰ ਦਿੱਤਾ? ਬਿਲਕੁਲ ਨਾ ਮਨਜ਼ੂਰ ਕਰ। ਤੁਹਾਨੂੰ ਕੱਖ ਕੰਡਾ ਨਹੀਂ ਮਿਲਿਆ? ਬਿਲਕੁਲ ਕੁਝ ਨਹੀਂ ਮਿਲਿਆ। ਸਾਡੇ ਹਾਲਾਤ ਹੈਗਾ ਬਹੁਤ ਹੀ ਜ਼ਿਆਦਾ। ਠੀਕ ਹੈ। ਹਾਂਜੀ ਤੇ ਕਮਾਲ ਹੈ। ਤੁਸੀਂ ਐਸੇ ਮਤਲਬ ਹੈ ਕਿ ਤੁਹਾਨੂੰ ਇੱਕ ਚੀਜ਼ ਵੀ ਤੁਸੀਂ ਤੁਹਾਡੇ ਲਿਹਾਜ਼ ਨਾਲ ਕੋਈ ਤੁਹਾਨੂੰ ਨਹੀਂ ਕੁਝ ਲੱਭਾ? ਬਿਲਕੁਲ ਸਾਡੇ ਹੱਕ 'ਚ ਨਹੀਂ ਹੈਗਾ ਬਜਟ। ਇਹ ਆਮ ਆਦਮੀ ਵਾਸਤੇ ਇਹ ਜ਼ੁਲਮ ਹੈਗਾ ਇਹ ਜਨਾਬ। ਚਲੋ ਜੀ ਤੁਹਾਡੀ ਗੱਲ ਅਸੀਂ ਨੋਟ ਕਰ। ਚਲੋ ਜੀ ਮੇਰੇ ਭੈਣ ਭਰਾ ਅਸੀਂ ਪੰਜਾਬ ਕਲਚਰ TV ਸਰਵੇ ਜਿਹੜਾ ਕਰ ਰਹੇ ਆ ਉਹੀ ਕਰ ਰਿਹਾ ਕਿ ਆਵਾਮ ਦੇ ਵਿੱਚ ਇਹ ਬਜਟ ਮਨਜ਼ੂਰ ਹੋਇਆ ਹੈ ਜਾਂ ਨਹੀਂ ਹੋਇਆ। ਹਾਲੇ ਤਾਂ ਅਸੈਂਬਲੀ 'ਚ ਪਾਸ ਨਹੀਂ ਹੋਇਆ। ਕੀ ਨਾਂ ਤੁਹਾਡਾ?
ਮੇਰਾ ਨਾਮ ਜੀ ਅਲੀ। ਅਲੀ ਸਾਹਿਬ, ਜਿਹੜਾ ਬਜਟ ਹੋਇਆ ਤੁਹਾਨੂੰ ਕੋਈ ਸਹੂਲਤਾਂ ਮਿਲੀਆਂ? ਨਾ ਕਿਸੇ ਕਿਸਮ ਦੀ ਵੀ? ਕਿਸੇ ਕਿਸਮ ਦੀ ਕੋਈ ਸਹੂਲਤ ਨਹੀਂ, ਆਵਾਮ ਨੂੰ ਕੋਈ ਸਹੂਲਤ ਨਹੀਂ ਮਿਲੀ। ਨਹੀਂ ਮਿਲੀ? ਨਹੀਂ ਮਿਲੀ। ਤੁਸੀਂ ਫਿਰ ਬਜਟ ਨੂੰ ਕੀ ਕਹਿੰਦੇ ਹੋ? ਰੱਦ ਕਰਦੇ ਹਾਂ। ਰੱਦ ਕਰ ਦਿੰਦੇ ਹੋ? ਤੇ ਮਾੜੀ ਮੋਟੀ ਵੀ ਨਹੀਂ, ਕੋਈ ਸਹੂਲਤ ਨਹੀਂ। ਸਾਨੂੰ ਸਿਰਫ ਉਹਨਾਂ ਨੇ ਇੱਕ ਲੈਣ ਦਿੱਤੀ ਹੈ, ਇਹ ਲੈਣ ਤੇ ਤੁਰ ਤੇ ਤੁਸੀਂ ਕਮਾਣਾ ਹੈ ਤੇ ਸਾਨੂੰ ਪਾਲਣਾ ਹੈ, ਔਰ ਅਸੀਂ ਉਹਨਾਂ ਨੂੰ ਪਾਲ ਰਹੇ ਹਾਂ। ਇਹ ਥੋੜੀ ਗੱਲ ਕੀਤੀ ਹੈ ਤੁਸੀਂ, ਉਹਨਾਂ ਨੂੰ ਗੁੰਡਿਆਂ ਨੂੰ ਪਾਲਣਾ, ਅਸੀਂ ਕਮਾਣਾ ਤੇ ਉਹਨਾਂ ਨੂੰ ਪਾਲਣਾ। लाइनों में खड़े हैं वोट डालने। हाँ जी, हैं अपने ही हाथों से ये गुंडे भी पालने। बिल्कुल ऐसे ही है। लो जी, इन्होंने क्या है, असी अपने हत्थों नाल इन्हां नूं पालदे पे हैं, परोसदे पे हैं ते इंज ही परोसदे रहना। और जी पिछले 75 साल तो भी यही कुछ हो रहा है। हाँ, साल भी यही कुछ ही होना। बड़ी सोहनी गल कर छड़ी है, 75 साल तो ही हो रहा है। हाँ जी, और अगले 75 साल भी यही कुछ ही होना है। सब इस तो वड्डी असीं की गल कर सकते, इन्होंने तो गल ही मुकाती। भाजी की नाम तुहाडा? जमील साहब, दसो जो बजट आया है तुहानूं कोई फायदा पहुंचे? मैं कहना ऐसा बजट आया कि गरीबों को बहुत आसानी हो गई है माशाल्लाह, हर चीज़ सस्ती हो गई है पाकिस्तान। तुसीं मजाक कर रहे हो? नहीं, मजाक नहीं। दसो मैक जरा कोल करो, ए मुंह दे कोल करो मैक। हाँ, अज तो 40-50 साल पहले की सी आलू का रेट? अच्छी दसो, वही रेट अज चल रहा। चीनी केड़ी पास सी, वही अज वही अज हैगी आ। एवं ही रहे, उन्होंने बजट बिल्कुल सही कढ़िया और आवाम दोस्त बजट कढ़िया माशाल्लाह। अच्छा, अल्लाह ने उन्होंने जिंदगी देवे, सेहत देवे, तंदुरुस्ती देवे, वजीर खजाना नूं 7 हज नसीब फरमाए। तुसीं तो बड़ी वड्डी दुआ कर छड़ी हाँ अज। जी, क्योंकि बजट इन्होंने बहुत जबरदस्त आवाम दोस्त बजट निकलिया। लो जी, वजीर खजाना तो हज भी करा छड़े ने। हाँ जी, क्योंकि उन्होंने बजट गरीबों के लिए कढ़िया ना। चलो, है जी, तुसीं अच्छी दुआ कढ़ी है, शायद हो सकता इस दुआ नाल और ਉਹਦੇ असर हो जाए। असर हो जाए माशाल्लाह। उसी गल पता सी पाकिस्तानी है माशाल्लाह। हुणे जंग तुसीं बड़े अंदरों दुखी हो, अज पता चलिया बड़े दुखी हो। हुणे असीं जंग जीत के जीते हैं। पहले 71 दी हारे हैं, फिर जीते हैं माशाल्लाह। फिर बजट भी असीं वही 71 वाला कढ़िया है, हारन वाला। बहुत अच्छा बजट निकलिया। मैं कहना सुभान अल्लाह, आवाम गरीब दुआवां दे रही हैं झोलियां चुक के माशाल्लाह। चलो, बहुत गरीब आवाम खुश है कि सोशल मीडिया तो बेचारी पाकिस्तान तो खत्म हो गई ना। ਉਹ ਚਲੋ, ਤੁਸੀਂ ਤਾਂ ਵੱਡੀ ਗੱਲ ਕਰ ਛੱਡੀ ਹੈ, ਵਜ਼ੀਰ ਖਜ਼ਾਨਾ ਨੂੰ ਬੜੇ ਹੱਜ ਕਰਾਤੇ ਨੇ। ਲੋ ਨਾਜ਼ਰੀਨ, ਪੰਜਾਬ ਕਲਚਰ ਟੀਵੀ ਅੱਜ ਸਰਵੇ ਕਰ ਰਿਹਾ ਹੈ ਤੁਹਾਡੇ ਸਾਹਮਣੇ ਕਿ ਜਿਹੜਾ ਬਜਟ ਆਇਆ ਹੈ ਉਹ ਆਵਾਮ ਨੂੰ ਕਬੂਲ ਹੈ ਜਾਂ ਆਵਾਮ ਉਹਨੂੰ ਕੋਈ ਫਾਇਦਾ ਵੀ ਪਹੁੰਚਿਆ। ਕੀ ਨਾਂ ਤੁਹਾਡਾ? ਇਹ ਦੱਸੋ, ਜਿਹੜਾ ਬਜਟ ਆਇਆ ਹੈ ਤੁਹਾਨੂੰ ਕੋਈ ਫਾਇਦਾ ਪਹੁੰਚਿਆ ਇਹਦੇ? फायदा नुकसान तो फिलहाल नुकसान ही होया? फायदा नहीं है, नुकसान भी ज्यादा। मतलब है कोई चीज़ सस्ती नहीं हुई, टैक्स बहुत ज्यादा लग गए। मतलब ਤੁਹਾਨੂੰ कोई फायदा ना होया ना, किसी टके का नहीं होया। सब्जी दालां किसी चीज़ च फायदा होया? गोश्त च फायदा होया? खान पीन की किसी चीज़ च नहीं होया। चीनी 200 रुपए किलो पहुंच गई, 200 रुपए किलो पहुँच गई। तो सब्जियां तो जो दालां दूलां का रेट ही हर शहर महंगी हो गई। इस बजट का ਤੁਹਾਨੂੰ कोई नहीं फायदा। लो जी, महंगी हो गई, महंगी हो गई है। लो जी, ਕਿਹੜੀ ਚੀਜ਼ ਸਸਤੀ ਹੋਈ ਹੈ? ਦੱਸੋ ਤੁਸੀਂ ਕਿਸੇ ਚੀਜ਼ ਦਾ ਜ਼ਿਕਰ ਕੀਤਾ ਸੀ, ਗੱਲ ਛੱਡੋ, ਦੱਸੋ। ਇਹਨੂੰ ਫੜਾ। ਉਹ ਚਲੋ, ਚਲੋ ਜੀ, ਕੁਛ ਨਹੀਂ, ਇਹਨੂੰ ਫੜਾਓ ਜੀ। ਇਹਨਾਂ ਨੇ ਚੱਲਦਾ ਪਿਆ। ਲਓ ਜੀ, ਤੁਸੀਂ ਦੱਸੋ। ਇੱਧਰ ਆਓ, ਇੱਧਰ ਆਓ, ਇੱਧਰ। ਚਲੋ, ਕੀ ਨਾਮ ਤੁਹਾਡਾ? मेरा नाम है अदनान आमिर, मेरा नाम है। आटा चीनी की इतनी पहुंच बाहर हो चुकी है, कोई खरीदार दुकानदार में अब गाहक नजर नहीं आता उसमें। और सोने का रेट भी बहुत ज़्यादा हो रहा है, कोई महंगी चीज़ें होने की वजह से कोई दुकान खरीदार नजर ही नहीं आ रहा। और ये सस्ती हुकूमत को ये सस्ती चीज़ें करनी चाहिए और ताकि खरीदार नजर आए। और हमारे बाजार में जो तोड़ फोड़ हुई पड़ी है, मतलब ਤੁਹਾਡੀ ਚੀਜ਼ ਨਾਲ ਉਹ ਤੋੜ ਫੋੜ ਤੇ ਹੈਗੀ ਹੈ ਨਾ, ਉਹ ਤੇ ਕਰਾ ਛੱਡੀ ਪੰਜਾਬ ਹੁਕੂਮਤ ਨੇ। ਤੁਸੀਂ ਇਹ ਦੱਸੋ ਕਿ ਤੁਹਾਡੇ ਨਜ਼ਦੀਕ ਕੋਈ ਚੀਜ਼ ਸਸਤੀ ਨਹੀਂ ਹੋਈ, बजट ना मंजूर है? बजट ना मंजूर है क्योंकि सस्ती चीजें होंगी तो बजट मंजूर होगा ना। लो जी,
हुकूमत आ सुन लिया कि बजट आवाम के नज़दीक ना मंजूर हो चुका है। उन्हें बजट चाहिए कोई नहीं, हमें सस्ती चीज़ें चाहिए फिर ही तो बजट मंजूर होगा। आटा, चीनी, घी, गोश्त, फल, सब्जियां सब कुछ महंगा हो गया, ये सब कुछ सस्ता करना चाहिए। बजट रद्द कर दिता, रद्द करता बजट, ਅਸੀਂ ਰੱਦ ਕਰਤਾ, ਪੂਰੇ ਪਾਕਿਸਤਾਨ ਨੇ ਰੱਦ ਕਰਤਾ, ਬਾਹਰ ਦੇ ਮੁਲਕਾਂ ਨੇ ਵੀ ਰੱਦ ਕਰਤਾ। ਚਲੋ ਜੀ ਇਹ ਵੀ ਸੋਹਣੀ ਗੱਲ ਹੋ ਗਈ, ਅਸੈਂਬਲੀ 'ਚ ਪਾਸ ਨਹੀਂ ਹੋਇਆ। ਲੋ ਜੀ ਅਸੀਂ ਟਾਊਨਸ਼ਿਪ 'ਚ ਫਿਰਨੇ ਪਏ ਆ ਤੇ ਬਜਟ ਜਿਹੜਾ ਹੈਗਾ ਪੰਜਾਬ ਕਲਚਰ ਟੀਵੀ ਸਰਵੇ ਕਰ ਰਿਹਾ ਕਿ ਲੋਕਾਂ ਦੇ ਨਜ਼ਦੀਕ ਇਹ ਬਜਟ ਕੈਸਾ ਹੈ। ਕੀ ਨਾਮ ਭਾਈ ਹੁਣ ਪਹਿਲੇ ਨਾਮ? मेरा नाम मोहम्मद आसिफ है जी। ਆਤਮ ਸਾਹਿਬ ਦੱਸੋ ਬਜਟ ਦੇ ਤੁਹਾਨੂੰ ਕੁਝ ਲੱਭਾ? बजट में कुछ भी नहीं मिला। मजदूर तबका है उसकी सैलरियाँ वगैरह कुछ भी नहीं बढ़ाई इन्होंने। जो अपनी है गवर्नमेंट के मुलाजिम हैं उनकी 10-10% तनख्वाहें बढ़ा दी हैं। जो MNA MP हैं उनके 50-50, 60-60% तनख्वाहें बढ़ाई हैं। जबकि प्राइवेट की उन्होंने वही 37,000 की। उन्हें चाहिए था कि ज़्यादा से ज़्यादा तनख्वाहें बढ़ाएं कि प्राइवेट की, ताकि उनका गुजर बसर हो सके। 37,000 में कैसे एक गरीब बंदा जो है अपना गुजारा करेगा? मतलब कख कंडा नहीं मिला ਤੁਹਾਨੂੰ नहीं, बजट? कुछ भी नहीं मिले जी। उन्होंने अपना ही फायदा सोचा, गवर्नमेंट ने अपनी ही तनख्वाहां ਵਧਾਈਆਂ ਨੇ। गरीब का तो भला ही कुछ नहीं किया उन्होंने। ਕੋਈ ਦਾਲਾਂ ਦੇ ਮੁਤੱਲਿਕ ਕੋਈ ਸਬਜ਼ੀ ਗੋਸ਼ਤ ਕੋਈ ਮਾੜੀ ਮੋਟਾ ਵੀ ਨਹੀਂ ਕੀਤਾ ਉਹਨਾਂ ਨੇ? नहीं नहीं, कुछ भी नहीं किया। बस उन्होंने यही किया कि MNA MP जी जी ने तनख्वाहां ਵਧਾਈਆਂ ਨੇ, गरीब की कोई तनख्वाहां नहीं ਵਧਾਈਆਂ। बस यही किया जी। ਇਹੀ ਕੀਤਾ ਇਹਨਾਂ हाँ ਨੇ। जी, ਇਹਨਾਂ ਨੂੰ ਚਾਹੀਦਾ ਗਰੀਬ ਦਾ ਵੀ ਸੋਚਣ। ਜਿਹੜੇ ਪ੍ਰਾਈਵੇਟ ਤਬਕਾ ਹੈ, ਜਿਹੜੀ ਸੈਲਰੀਆਂ ਹੈਗੀਆਂ ਨੇ, ਅਸੀਂ ਪ੍ਰਾਈਵੇਟ ਕੰਮ ਕਰਨੇ ਆ, ਜਿਹੜੀ 37,000 ਗਵਰਨਮੈਂਟ ਕਹਿੰਦੀ ਉਹ ਵੀ ਨਹੀਂ ਦਿੰਦੇ ਸਾਨੂੰ। ਬਸ ਗਵਰਨਮੈਂਟ ਦੇ ਖਾਤੇ ਕਹਿ ਦਿੰਦੇ 37,000 ਹੈਗੀ, ਉਹ ਵੀ 25,000 ਮਿਲਦੀ ਹੈ ਸਾਨੂੰ। ਕਹਿੰਦੇ ਨੇ ਦੱਸਣਾ ਨਹੀਂ ਤੇ ਤੁਹਾਨੂੰ ਕੱਢ ਦੇਣਾ ਜੋਬ ਚੋਂ। ਪਹਿਲੇ ਲੋਕਾਂ ਨੂੰ ਬਜਟ ਦਾ ਬੜਾ ਇੰਤਜ਼ਾਰ ਹੁੰਦਾ ਸੀ ਹਾਂਜੀ ਕਿ ਯਾਰ ਚੀਜ਼ਾਂ ਕੋਈ ਸਸਤੀਆਂ ਹੋ ਜਾਣਗੀਆਂ, ਕੋਈ ਉਮੀਦ ਹੁੰਦੀ ਸੀ। ਹਾਂਜੀ, ਇਸ ਟਾਈਮ ਜਿਹੜਾ ਬਜਟ ਆਇਆ ਉਹਦੇ ਵਿੱਚ ਤੇ ਉਮੀਦ ਦੀ ਕੋਈ ਕਿਰਨ ਕੋਈ ਨਹੀਂ। ਕਿਰਨ ਨਹੀਂ। ਹੁਣ ਦੇਖੋ ਪੈਟਰੋਲ ਵੱਧ ਗਿਆ, ਮੁਲਕ ਦੇ ਹਾਲਾਤ ਖਰਾਬ ਨੇ, ਔਰ ਗਰੀਬ ਬੰਦਾ ਕੀ ਕਰੇਗਾ? ਪੈਟਰੋਲ ਹੋਰ ਮਹਿੰਗਾ ਹੋ ਜਾਏਗਾ। ਹੁਣ ਔਰ ਬਿਜਲੀ ਬਿਜਲੀ ਵੀ ਮਹਿੰਗੀ ਹੈਗੀ ਹੈ। ਔਰ ਦੇਖੋ ਸਾਡੇ ਮੁਲਕ 'ਚ ਜਿੰਨੀ ਸ਼ਾਇਦ ਇਸਤੇਮਾਲ ਕਰੋ ਸਸਤੀ ਹੋਣੀ ਚਾਹੀਦੀ ਹੈ। ਪਾਕਿਸਤਾਨੀ ਵਾਹਿਦ ਮੁਲਕ ਹੈ ਕਿ ਜਿਹੜੀ ਜ਼ਿਆਦਾ ਇਸਤੇਮਾਲ ਕਰੀ ਹੋਰ ਮਹਿੰਗੀ ਹੁੰਦੀ ਜਾਂਦੀ ਹੈ। 200 ਯੂਨਿਟ ਇਸਤੇਮਾਲ ਕਰੀਏ ਤੇ 3000 ਬਿੱਲ ਹੈ, 201 ਹੋ ਜਾਏ ਤਾਂ 9000 ਬਿੱਲ ਹੋ ਜਾਂਦਾ ਹੈ। ਇਹ ਬਿਜਲੀ ਦਾ ਅਗਰ ਮਸਲਾ ਹੱਲ ਹੋ ਜਾਏ ਤਾਂ ਆਵਾਮ ਤੇ ਖੁਸ਼ਹਾਲ ਹੋ ਜਾਏ। ਫਿਰ ਬਿਜਲੀ ਦਾ ਮਸਲਾ ਹੱਲ ਹੋ ਜਾਂਦੇ, ਆਪ ਹੀ ਨਹੀਂ ਕਰਦੇ ਆ। ਕਰ ਲੈਣਗੇ ਤੇ ਇਹਨਾਂ ਦੇ ਪੇਟ 'ਚ ਜਿਹੜੇ ਲੱਗੇ ਨੇ ਉਤੋਂ ਦੀ ਆਮਦਨੀ ਉਹ ਕਿਵੇਂ ਜਾਏਗੀ? ਕਿਵੇਂ ਜਾਏਗੀ? ਹੁਣ ਇਹ ਦੇਖੋ ਨਾ, ਸੋਲਰ ਚੱਲਦਾ ਪਿਆ, ਲੋਡ ਸ਼ੀਟਿੰਗ ਖਤਮ ਹੋਣੀ ਚਾਹੀਦੀ ਹੈ। ਉਹਨੇ ਸੋਲਰ ਦੇ ਉੱਤੇ ਵੀ ਟੈਕਸ ਲਾ ਦਿੱਤਾ, ਪਲੇਟਾਂ ਮਹਿੰਗੀਆਂ ਕਰ ਦਿੱਤੀਆਂ ਨੇ। ਤੇ ਹੁਣ ਤੇ ਸੋਲਰ ਨੂੰ ਥੱਲੇ ਕਰਤਾ, 10% ਟੈਕਸ ਲਾ ਦਿੱਤਾ ਹਾਂਜੀ, ਲੋਕਾਂ ਨੂੰ ਵੇਚ ਕੇ। ਹਾਂ, 18 ਤੋਂ 10 ਕਰ ਦਿੱਤਾ, 8% ਕਰ ਦਿੱਤਾ। ਹੋਰ ਕੀ? ਹਾਂ ਲੋ ਜੀ, ਤੁਸੀਂ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ। ਤੁਹਾਡੇ ਨਜ਼ਦੀਕ ਹੈ ਬਜਟ ਨਾ ਮਨਜ਼ੂਰ ਹੈ? ਹਾਂਜੀ, ਨਾ ਮਨਜ਼ੂਰ ਹੈ। ਬਜਟ ਉਹ ਹੈਗਾ ਜਿਹੜਾ ਆਵਾਮ ਨੂੰ ਰਿਲੀਫ ਮਿਲੇ, ਗਰੀਬ ਬੰਦੇ ਨੂੰ ਰਿਲੀਫ ਮਿਲੇ। ਅਸੈਂਬਲੀ 'ਚ ਵੀ ਨਾ ਮਨਜ਼ੂਰ ਹੋਣਾ ਚਾਹੀਦਾ ਨਾ। ਫਿਰ ਅਸੈਂਬਲੀ 'ਚ ਕਿੱਥੋਂ ਨਾ ਮਨਜ਼ੂਰ ਹੋਣਾ? ਸਾਰੇ ਇੱਕੋ ਹੀ ਤਾਰੀਖ ਬਣ ਗਏ ਹੈਗੇ ਨੇ। ਇੱਕ ਹੀ ਪਾਰਟੀ ਦੇ ਉਹਨਾਂ ਨੇ ਲੱਭਿਆ ਕਿ ਇੱਕ ਵਾਸਤੇ ਕਹਿਣਾ, ਇੱਕ ਵਾਸਤੇ ਕਹਿਣਾ। ਲੋ ਜੀ, ਤੁਸੀਂ ਬਜਟ ਨਾ ਮਨਜ਼ੂਰ ਕਰ ਛੱਡਿਆ ਜੀ। ਨਾ ਮਨਜ਼ੂਰ ਹੈਗਾ ਬਜਟ। ਤੁਹਾਡੀ ਆਵਾਜ਼ ਜਿਹੜੀ ਨਾ ਬੜੀ ਦੂਰ ਤੱਕ ਜਾ। ਲੋ ਜੀ, ਅਸੀਂ ਆਵਾਮ ਕੋਲੋਂ ਪੁੱਛ ਰਹੇ पंजाब कल्चर टीवी के सर्वे के बजट जरा आया है वो आवाम वास्ते अच्छा आया या भैड़ा है? क्या नाम है आपका? शहबाज साहब, बताएं बजट के बारे में कोई आपको फ़ायदा पहुँचे? देखिए जी, बजट के हवाले से तो मैं कोई बात नहीं करूँगा क्योंकि इस बारे में मेरे पास इतनी मालूमात है नहीं कि ये सियासी लोग जो हैं इनसे पास एक मेरी हमदर्दाना अपील है कि अपने अखराजात को कम करें। अगर मुल्क को पाकिस्तान की तरक्की चाहते हैं, अपने अखराजात को कम करें, अपनी तनख्वाहों की तरफ देखें। अगर गरीब की आपने 37-40 हज़ार रुपये तनख्वाह की है तो उसको कोई फ़ायदा नहीं है, ना उसको गुजारा है। अपनी तनख्वाहें आपने 200%, 300% बढ़ाकर बड़ी खुश होते हैं, लेकिन ये मामला जो है ना गरीब के हक़ में बेहतर नहीं है। हमारी बस हमारे हुक्मरानों से अपील है कि बस गरीबों का सोचें, कोई मुल्क कौम का सोचें, इस बारे में सोचें कि हम क्या कर रहे हैं और इस मुल्क की तरक्की खुशहाली के लिए अपने अखराजात को कम करें, अपने बजट को कम करें ताकि इस बजट का खसारा जो कम से कम हो। ये बजट का खसारा ऐसे नहीं होता। बजट का खसारा जो है हमारे हुक्मरानों की तनख्वाहें हैं और बेजा खर्चे हैं। अभी प्राइम मिनिस्टर हाउस में आपने देखा कि उनके बाग के लिए, लॉन के लिए अखराजात करोड़ों अरबों के हिसाब कर रहे हैं। ज़रूरत नहीं है, हम कोई बादशाह नहीं है हम लोग जो यहाँ पर इतने अखराजात करते हैं। हमारा मुल्क गरीब मुल्क है, कर्जे में डूबा हुआ है। इसको निकालने के लिए अपने अखराजात को कम करें। हमारी हमदर्दाना अपील है। बस ये मैं कहना चाहूँगा। बजट के हवाले से मेरे पास इतनी मालूमात नहीं है, मैं आपको ऐसे कहूँ कि ये बजट ठीक है या नहीं है, लेकिन इतना मालूमात ज़रूर है कि इन्होंने 37-40 हज़ार एक मिनिमम जो तनख्वाह स्टार्ट की है उसमें गरीब का उदाहरण नहीं है। 15-15 हज़ार, 10-10 हज़ार रुपये बिजली के बिल आए थे, वो बच्चों को क्या पढ़ाएगा, क्या खिलाएगा? सही गल की है। तो बहरहाल मेरी दोबारा अपील है हुक्मरानों से, हमारी चीफ मिनिस्टर मरीम नवाज से, शहबाज शरीफ साहब से
اور جتنے بھی ہمارے حکمران ہیں سب مل کر اس ملک کو قومی خوشحالی کے لیے ترقی کے لیے کام کریں. اچھا اصل جڑا مسئلہ ہے وہ بجلی ہے. جی جی ساڈا بجلی 40-40 ہزار 30 ہزار چلا جاتا جی ہے. جی ایسے ہے. غریب آدمی دی تنخواہ والے گزارا یہ اج تک حکمرانوں نے سوچے ہی نہیں. 75-76 سال ہو گئے. یہ تو دیکھیں یہ لگا ہی آ رہا ہے اور کچھ ہماری عوام کی طرف سے بھی ہے کہ ہم بھی نہیں نکلتے اپنے حق کے لیے. اور اگر نکلتے ہیں تو اب حکمران ہمارے پاس ایسے مسلط ہو گئے کہ وہ ہماری آواز کو دبا دیتے ہیں. اب اتنی قوم ڈر گئی ہے, اتنا ڈرا دیا گیا ہے کہ اپنے حق کے لیے ہم نکل ہی نہیں سکتے. ہمیں اس چیز کا بھی پابند ہے. ہمیں اس چیز یہ جمہوری حکومت میں ایسا نہیں ہوتا. جمہوری حکومت تو اسے ہم نہیں کہتے. لوگوں کو ریلیف دیتی ہے. لوگوں کو ریلیف دیتی ہے اور لوگ نکلتے ہیں احتجاج کرتے ہیں. اچھا ایک آپ کی بات ہے کہ کشمیر والے نکلے انہوں نے اپنا حق لیا بجلی سے. انہوں نے 3 روپے یونٹ بجلی کا ملے. اسی 40 روپے. اسی پنجابی نے ڈرپوک ڈرا دیا گیا. ڈرا دیا ڈرا دیا گیا. اب دیکھیں نا ابھی پچھلے حالات ابھی جب بھی کوئی احتجاج ہوتا ہے نا تو پکڑ شروع ہو جاتی ہے اور پتہ ہی نہیں لگتا وہ ہیں کہاں پہ بچارے. آج تک کئی بیٹوں کا جوانوں کا پتہ ہی نہیں ہے جنہوں نے کوئی آواز بلند کی ہے. اگر وہ پکڑے گئے تو آج تک ان کا پتہ نہیں لگا کہاں پہ. تو ایسا بھی نہیں ہونا چاہیے. عوام کو بھی حق ہے کہ اپنی آواز کو اٹھائیں لیکن وہ اتنا خوف و اعراض پیدا کر دیا گیا ہے کہ اپنی آواز بھی نہیں نکال سکتے. بھائی تھی بڑی سوہنیاں گلاں کیتیاں اور تھی جڑا بجلی کا چکیا ہے نا یہ بڑا زبردست ہے. بجلی کے بغیر مطلب ملک خوشحال نہیں ہو سکتا. یہ تھی اچھی گل کرتی. یہ آواز ہماری عوام اپنے حکمرانوں کا مطلب بجلی کا جڑا یونٹ ہے نا کم از کم 25 یا 20 تے لین یا 15 تے لین. دیکھیں ہمارے پاس میں اپنے بجلی تو کافی ہے. جی جی بہت اب تو کافی ہو گئی. اب تو سولر آ گیا لگ گئے ہیں. اتنی تعداد میں لگ گئے ہیں کہ گورنمنٹ کو وقت پڑ گیا. ہاں وقت پڑ گیا کہ بھائی اب اس کو کیسے پورا کرا. وہ روڈ جو ہے نا غریبوں میں پڑ رہا ہے. غریب سولر جنہوں نے لگوا لیے ہیں وہ تو لیس ہو گیا. ان کے تو بل نہیں آ رہے ہیں. اگر وہ آ بھی رہے ہیں تو آٹے میں نمک کے برابر آ رہے ہیں. لیکن لہٰذا اس میں یہ ہے کہ نقصان جو ہے نا غریب کو. کیونکہ پھر وہ لازمی بات ہے جب گورنمنٹ ایک بجلی خریدتی ہے اگر وہ 20 روپے خریدتی ہے تو اس کو 40 روپے پڑتی ہے تو وہ عوام پہ بہت پڑتا. ہاں یہ سونی گل کی. تو دیکھنا انڈیا 8 روپے یونٹ ہے بجلی. ایسے ہی اسی 40 روپے تو دے رہے ہیں. اور ٹیکسز اتنے ہیں کہ ٹیکس اتنے ہیں. پھر بھی اس کے بعد بھی ہم سے دوسرے ٹیکس بھی لیے جاتے ہیں. ٹیکس کی مد میں ہے, سیل ٹیکس کی مد میں ہے. یہ سارے معاملات جو ہے بڑے نازک ہیں. اس کی طرف تھی ذرا ماڑا جی حالت دس دو. جی حل تو بس یہ حکمرانوں کے پاس ہے. ہم تو بس اپیل ہی کر سکتے ہیں کہ مطلب یہ کر سکتے ہیں نا. ایک ہی ہے صرف اپنے اخراجات کم کرتے ہیں. تجھے مین گل کی ہے ہم نواب نہیں ہیں. ہم غریب ملک ہیں, قرض دار ہیں. تو لہٰذا اپیل ہے دوبارہ حکمرانوں سے کہ اپنے اخراجات کو کم کریں, اپنے بجٹ کو کم کریں, اپنے رہن سہن کو نا چھوٹے. اب انگلینڈ کا وزیر اعظم 5 مرلے کے مکان میں رہتا ہے. 5 مرلے کے مکان میں تو اس کے ملازم کتنے ہوں گے اب حساب لگا لیں. جب ہمارے حکمران مربوں میں رہ رہے ہوں گے تو ملازمین بھی اتنے ہوں گے. اب سینکڑوں کی تعداد میں تو وزیر اعلیٰ ہاؤس ہو گیا, وزیر اعظم ہاؤس ہو گیا, ان کے ملازمین ہیں. اور وہاں کا چیف جسٹس سائیکل پہ آتا ہے. یہ بھی آپ نے بڑی پیاری بات. تو دیکھو نا وہ ہم ترقی یافتہ ممالک ہیں. وہ چاہے تو ہم سے زیادہ شانہ شان کر سکتے ہیں لیکن انہوں نے اپنے آپ کو مختصر زندگی گزاری کیونکہ وہ ملک و قوم کا پیسہ ہے. یہ مثالیں ہیں ہمارے پاس. ایسی نہیں کہ ہمارے پاس مثالیں نہیں ہیں. ہمارے بھی حکمران ایسے گزرے ہیں جنہوں نے ملک و قوم کے پیسے کو ضائع نہیں ہونے دیا. یہاں تک کہ قائد اعظم کی مثال لے لیں. جب ان کے وزیر اعظم ہاؤس میں جو ان کے پاس ڈبل روٹی جاتی تھی تو ڈبل روٹی کا اس میں بچ جایا کرتی تھی. 2 بہن بھائی تھے نا تو ان کے لیے انہوں نے یہ میرے لیے کافی ہے. تو یہ آپ نے اس کو لہٰذا اس کا جو ہے نا کم کر دیں مقدار تاکہ یہ ملک و قوم کا پیسہ ضائع نہ ہو. آدھی روٹی ہم کھاتے ہیں آدھی بچ جاتی ہے تو یہ ملک و قوم کا پیسہ ہے ضائع نہ ہو. لہٰذا انہوں نے اس کو آدھا کیا. جتنی وہ کھا سکتے تھے اس نے استعمال کیا اور باقی انہوں نے. لو جی تھی بڑی سوہنیاں گلاں کیتیاں کہ ہو سکتا ہے کوئی انہوں کی عقل آ جائے. دعا ہے یہ اللہ تعالیٰ اللہ مہربانی.